वंस इन अ लाइफ टाइम या वंस इन अ जनरेशन वाले ਜਿਹੜੇ ਰੇਟ ਆ 2.5% 3% ਵਾਲੇ ਅਸੀਂ ਆ ਜਾਣਗੇ ਤਾਂ ਅਸੀਂ ਫਿਰ ਘਰ ਖਰੀਦਾਂਗੇ। ਉਹਨਾਂ ਨੂੰ ਕੀ, ਉਹਨਾਂ ਬਾਇਰਸ ਦੇ ਲਈ ਕੀ ਤੁਸੀਂ ਕਹਿਣਾ ਚਾਹੁੰਦੇ ਹੋ? ਰੇਟਸ ਇੱਕ ਐਸੀ ਚੀਜ਼ ਹੈ ਜੇ ਘਟਣਗੇ ਤੇ ਤੁਹਾਡੇ ਕੋਲ ਹਮੇਸ਼ਾ ਇੱਕ ਆਪਸ਼ਨ ਹੁੰਦੀ ਹੈ ਤੁਸੀਂ ਉਸ ਚੀਜ਼ ਨੂੰ ਰੀਫਾਈਨੈਂਸ ਕਰ ਸਕਦੇ। ਇਹ ਵੀ ਗੱਲ ਹੈ। ਅਮਰੀਕਾ ਦੇ ਵਿੱਚ ਰੀਫਾਈਨੈਂਸ ਦੀ ਆਪਸ਼ਨ ਇੱਕ ਬੜੀ ਵੱਡੀ ਆਪਸ਼ਨ ਹੁੰਦੀ ਹੈ। ਕੋਵਿਡ ਦੇ ਵਿੱਚ ਵੀ ਰੀਫਾਈਨੈਂਸ ਦਾ ਕੰਮ ਬਹੁਤ ਹੋਇਆ ਸੀ ਜਿਨ੍ਹਾਂ ਨੇ 6-6 7-7 ਜਾਂ 5-5% ਦੇ ਮੌਰਗੇਜ ਲਏ ਸੀ ਉਹਨਾਂ ਨੇ ਆਪਣੀ 2.5-2.5 3 ਤੱਕ ਹੋ ਸਕਦਾ ਵੀ ਜਿੱਦਾਂ ਕਿ ਹੁਣ 7% ਲੱਗ ਰਿਹਾ ਰੇਟ ਚੱਲਦਾ ਵੀ ਇੱਥੇ ਹੀ ਵਜ੍ਹਾ ਰਵੇ। ਕਹ ਲਓ ਵੀ ਜਿਹੜੇ ਸਾਨੂੰ ਸਿਗਨਲਸ ਆ ਰਹੇ ਆ ਉਹ ਇਹੋ ਦੱਸਦੇ ਆ ਵੀ ਰੇਟ ਕੱਟਸ ਜਿਹੜੇ ਹੈਗੇ ਆ ਉਹ ਸ਼ਾਇਦ ਸਾਨੂੰ ਇਸ ਸਾਲ ਨਾ ਮਿਲਣ। ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਣਾ ਵੀ ਜੇ ਰੇਟ ਘਟਣਗੇ ਤੇ ਘਰਾਂ ਦੇ ਪ੍ਰਾਈਸ ਵਧਣ ਦੇ ਚਾਂਸ ਵੀ ਨਾਲ ਬਣਦੇ। ਵੇਟ ਕਰ ਰਹੇ ਜਿਹੜੇ ਕਾਫੀ ਸਮੇਂ ਤੋਂ ਵੇਟ ਕਰ ਰਹੇ ਉਹਨਾਂ ਦੀ ਇੱਕੋ ਹੀ ਵੇਟ ਹੈਗੀ ਹੈ ਵੀ ਜਦੋਂ ਅਸੀਂ ਵਿਆਜ ਕਰਨਗੇ ਉਹਨਾਂ ਨੇ ਪੈਸੇ ਵੀ ਜੋੜੇ ਹੋਏ ਆ ਉਹ ਕਈ ਕੁਆਲੀਫਾਈ ਵੀ ਕਰ ਰਹੇ ਹੈਗੇ ਆ। ਉਹ ਸਿਰਫ ਇਸ ਚੀਜ਼ ਇੰਤਜ਼ਾਰ ਹੈਗੇ ਨੇ ਵੀ ਅਸੀਂ ਘੱਟ ਰੇਟ ਦੇ ਮੌਰਗੇਜ ਲੈਣੇ ਘਰ ਸੇਲ ਤੇ ਲੱਗਣਾ ਉਹਦੇ ਉੱਪਰ ਫਿਰ ਮਲਟੀਪਲ ਆਫਰਸ ਜੋ ਆਪਾਂ ਕੋਵਿਡ 'ਚ ਦੇਖਿਆ ਸੀਗਾ ਉਹ ਫਿਰ ਜਿਹੜਾ ਤੁਸੀਂ ਮਨ ਬਣਾ ਕੇ ਸਵੇਰੇ ਚੱਲਣਾ ਵੀ ਅਸੀਂ ਤੇ ਆਹ ਘਰ ਲੈਣਾ ਤੁਹਾਡੇ ਤੋਂ ਪਹਿਲਾਂ ਉੱਥੇ 4 ਬੰਦੇ ਪਹੁੰਚੇ ਹੋਣੇ ਨੇ ਪੈਸੇ ਪੂਸੇ ਰੈਡੀ ਹੈ ਪ੍ਰੀ ਅਪਰੂਵਲ ਵੀ ਲੈਟਰ ਉਹਨਾਂ ਦਾ ਰੈਡੀ ਹੈ ਘਰ ਵੀ ਉਹ ਲੈ ਸਕਦੇ ਨੇ। ਉਹਨਾਂ ਨੇ ਕਹਿਣਾ ਵੀ ਇਹ ਘਰ ਅਸੀਂ 20,000 ਤੋਂ ਉੱਪਰ ਹੁਣ ਲਓ। ਔਰ ਮੈਂ ਹਮੇਸ਼ਾ ਇਹ ਗੱਲ ਅੱਜ ਵੀ ਬਾਰ-ਬਾਰ ਸਭ ਨੂੰ ਇਹੋ ਕਹਿ ਰਿਹਾ ਵੀ ਦੇਖੋ ਘਰ ਦੇ ਤੁਸੀਂ ਲੈ ਸਕਦੇ ਹੋ ਜੇ ਤੁਹਾਨੂੰ ਲੋੜ ਹੈਗੀ ਹੈ ਜਿਹੜੇ ਲੋੜਵੰਦ ਹੈ ਤੇ ਘਰ ਤੁਸੀਂ ਲੈ ਲਓ। ਕੋਈ ਘਰ ਲੈ ਕੇ ਤੁਸੀਂ ਕਹਿੰਦੇ ਲੋਗੇ ਕੱਲ੍ਹ ਨੂੰ ਜਦੋਂ ਵਿਆਜ ਕਰਨਗੇ ਤੁਹਾਡੀ ਆਪਸ਼ਨ ਹਮੇਸ਼ਾ ਤੁਹਾਡੀ ਫਰਸਟ ਹੋ ਸਕਦੀ ਹੈ ਤੁਸੀਂ ਉਸ ਨੂੰ ਰੀਫਾਈਨੈਂਸ ਕਰ ਲਓ। ਸੋ ਆਪਾਂ ਕਹਿ ਸਕਦੇ ਹਾਂ ਮੋਂਚੀਮਾ ਜੀ ਰਾਈਟ ਨਾਓ ਬਾਇਰ ਮਾਰਕੀਟ ਆ। ਦੇਖੋ ਬਾਇਰ ਦੀ ਮਾਰਕੀਟ ਹੈਗੀ ਇਸ ਵੇਲੇ ਰੀਜ਼ਨ ਬੀਇੰਗ ਕਿ ਉਹ ਆਪਣੀ ਮਰਜ਼ੀ ਦਾ ਪ੍ਰਾਈਸ ਦੇ ਸਕਦੇ ਨੇ। ਮਤਲਬ ਕਿ ਉਹ ਕਹਿ ਸਕਦੇ ਨੇ ਵੀ ਮੈਂ ਇੰਨਾ ਘਰ ਦਾ ਪੈਸਾ ਦੇਵਾਂ ਜੇ ਤੁਸੀਂ ਵੇਚਣਾ ਤੁਸੀਂ ਵੇਚ। ਸੋ ਬਾਇਰ ਹਜੇ ਵੀ ਹੋਲਡ ਅਪ ਰੱਖ ਰਹੇ ਆ। ਠੀਕ ਹੈ। ਅੱਜ ਦੀ ਮਾਰਕੀਟ ਜੇ ਤੁਸੀਂ ਘਰ ਵੇਚਣਾ ਹੈਗਾ ਨਾ ਤੇ ਬੀ ਕੇਅਰਫੁਲ ਉਹਨੂੰ ਸਹੀ ਤਰੀਕੇ ਨਾਲ ਲਾਓ। ਮਾਰਕੀਟ ਰੇਟ ਵਧੀਆ ਲਾਓ। ਰੇਟ ਤੋਂ ਭਾਵੇਂ ਥੋੜਾ ਜਿਹਾ ਘੱਟ ਲਾਓ ਤੁਹਾਨੂੰ ਜਿਹੜੇ ਬੰਦੇ ਲੈਣਾ ਉਹ ਵੱਧ ਪੈਸੇ ਦੇ ਕੇ ਵੀ ਰੈਡੀ ਹੋਵੇ ਮੈਂ ਖੁਸ਼ ਹਾਂ ਵੱਧ ਪੈਸੇ ਦੇ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਪੰਜਾਬੀ TV USA ਦੇ ਉੱਤੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਕਰਦੇ ਹਾਂ। ਮੈਂ ਰਾਜਕਨਵੀਰ ਸਿੰਘ ਅੱਜ ਰੀਅਲ ਏਸਟੇਟ ਦੀ ਗੱਲਬਾਤ ਕਰਨ ਦੇ ਲਈ, ਮੌਰਗੇਜਸ ਦੀ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਆਪਣੇ ਨਾਲ ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਤੋਂ ਮੋਹਨ ਸਿੰਘ ਚੀਮਾ ਜੀ। ਮੋਹਨ ਸਿੰਘ ਚੀਮਾ ਜੀ ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਜੀ ਆਪ ਜੀ ਨੂੰ ਅਤੇ ਪੰਜਾਬੀ ਜਿਹੜੇ USA ਸਭ ਸਰੋਤਿਆਂ ਨੂੰ ਮੇਰੇ ਵੱਲੋਂ ਕਾਰ ਬੜੀ ਸਤਿ ਸ਼੍ਰੀ ਅਕਾਲ ਜੀ। ਸੋ ਗੱਲਬਾਤ ਸ਼ੁਰੂ ਕਰਦੇ ਹਾਂ। ਪਹਿਲਾਂ ID ਸ਼ੇਅਰ ਕਰ ਲਈਏ। ਸਭ ਤੋਂ ਪਹਿਲਾਂ ਮੈਂ ਟੈਸਟ ਹੋ ਜਾਂਦਾ ਹਾਂ ਆਉਂਦੇ ਵੀ ਯਾਦ ਵੀ ਆ ਪਿਛਲੀ ਵਾਰ ਦਾ ਕੁਝ ਕਿ ਨਹੀਂ। ਜ਼ਰੂਰ ਜੀ। ਦੇਖੋ ਜਿਹੜੀ ਸਾਡੀ ਹੈਗੀ ਹੈ ਮੌਰਗੇਜ ਦੀ ID ਜ਼ੈਂਡਰ ਮੌਰਗੇਜ ਜਾਂ ਰੀਅਲ ਏਸਟੇਟ ਦੀ ਉਹ ਹੈਗੀ ਹੈ ਜੀ 1825688 ਜਿਹੜੀ ਸਾਡਾ DRE ਜਿਹੜਾ ਕਿ ਰੀਅਲ ਏਸਟੇਟ ਦਾ ਹੀ ਕੰਮ ਕਰਨੇ ਆ ਜ਼ੈਂਡਰ ਮੌਰਗੇਜ ਜਾਂ ਰੀਅਲ ਏਸਟੇਟ ਦੇ ਵਿੱਚ ਉਹ ਹੈਗੀ ਜੀ DRE ਨੰਬਰ 02083716। ਨਾਲ ਜਿਹੜੀ ਮੇਰੇ ਪਰਸਨਲ IDs ਹੈਗੀਆਂ ਲੋਨ ਦੀ ਹੈਗੀ ਜੀ 698952। ਜਿਹੜਾ ਮੇਰਾ DRE ਨੰਬਰ ਹੈਗਾ 02067197 ਜੀ। ਨਾਲ ਹੀ ਆਪਣੇ ਰਾਵੀ ਬਾਜੀ ਆਪਾਂ ਟਰੱਕ ਐਂਡ ਟ੍ਰੇਲਰਸ ਜਾਂ ਇਕਵਿਪਮੈਂਟ ਫਾਈਨੈਂਸਿੰਗ ਦਾ ਕੰਮ ਵੀ ਕਰਨੇ ਆ। ਬਿਲਕੁਲ। ਜਿਹੜੀ ਕੰਪਨੀ ਹੈਗੀ ਹੈ ਜ਼ੈਂਡਰ ਕੈਪੀਟਲ ਕਾਰਪ। ਜ਼ੈਂਡਰ ਕੈਪੀਟਲ ਕਾਰਪ ਦਾ ਜਿਹੜਾ ਹੈਗਾ ਨੰਬਰ ਹੈਗਾ CFL DBO 1399991। ਇਹ ਹੈਗੀ ਸਾਰੀ ਆਈਡੀ ਸਰ। ਥੈਂਕ ਯੂ ਸ਼ੇਅਰ ਕਰਨ ਦੇ ਲਈ। ਤੇ ਮਾਰਕੀਟ ਦੀ ਸਥਿਤੀ ਤੋਂ ਸ਼ੁਰੂਆਤ ਕਰਦੇ ਹਾਂ। ਅੱਜ ਜਦੋਂ ਹੁਣ ਆਪਾਂ ਗੱਲ ਕਰਨ ਲੱਗੇ ਹਾਂ ਸਵੇਰੇ ਬਿਆਨ ਆਇਆ ਆ ਜਿਹੜੇ ਫੈਡ ਵਾਲਿਆਂ ਦਾ ਵੀ ਕਹਿੰਦੇ ਵੀ ਅਸੀਂ ਅਜੇ ਇਨਫਲੇਸ਼ਨ ਜਿੱਥੇ ਚਾਹੁੰਦੇ ਉੱਥੇ ਪਹੁੰਚੀ ਨਹੀਂ ਤੇ ਕਈ ਮਹੀਨਿਆਂ ਦੀ ਇਨਫਲੇਸ਼ਨ ਡਾਟੇ ਤੋਂ ਬਾਅਦ ਦੇ ਵਿੱਚ ਇੰਟਰਸਟ ਰੇਟ ਕੱਟਸ ਦੇ ਵੱਲ ਨੂੰ ਆਵਾਂਗੇ। ਕਿੱਦਾਂ ਦੇਖੀਏ ਆਪਾਂ ਇਸ ਨੂੰ? ਹਾਂਜੀ ਦੇਖੋ ਜੀ ਗੱਲ ਬਿਲਕੁਲ ਸਹੀ ਹੈਗੀ ਹੈ। ਜਿੱਥੋਂ ਤੱਕ ਫੈਡ ਦਾ ਡਿਸੀਜਨ ਹੈਗਾ ਮੇਰਾ ਨਹੀਂ ਖਿਆਲ ਵੀ ਇਹ ਕਹਿੰਦੇ ਜੂਨ ਨੇ ਵੀ ਕਿ ਅਸੀਂ ਘਟਾਵਾਂਗੇ ਰੇਟ ਕੱਟਸ ਕਰਾਂਗੇ ਪਰ ਇਹਨਾਂ ਦਾ ਹੱਥ ਨਹੀਂ ਪੈਂਦਾ ਪਿਆ ਕਿਉਂਕਿ ਜਿਹੜੀ ਇਨਫਲੇਸ਼ਨ ਹੈਗੀ ਹੈ ਜੋ ਇਹਨਾਂ ਨੇ ਸੋਚਿਆ ਸੀਗਾ ਜੋ ਇਹਨਾਂ ਨੇ ਰੂਲਸ ਇੰਪਲੀਮੈਂਟ ਕੀਤੇ ਸੀ ਉਹਦਾ ਇੰਨਾ ਜ਼ਿਆਦਾ ਪ੍ਰਭਾਵ ਪਿਆ ਨਹੀਂ। ਅਸਰ ਜਿਹੜਾ ਹੈਗਾ ਉਹ ਇੰਨਾ ਪਿਆ ਨਹੀਂ। ਸੋ ਉਹ ਵੀ ਉਹਨਾਂ ਦੇ ਵੀ ਹੱਥ ਬੰਨੇ ਪਏ ਆ ਵੀ ਇਸ ਵੇਲੇ ਆਪਾਂ ਕਹਿ ਦਈਏ ਵੀ ਹੁਣ ਵਿਆਜ ਘਟਾ ਦਾਂਗੇ ਫਿਰ ਆਪਣਾ ਦਫੜੀ ਪੈ ਜਾਣੀ ਹੈ। ਬੇਸਿਕਲੀ ਦੇਖੋ ਘੋੜਾ ਘੋਟੇ ਜਿਹਨੂੰ ਅਸੀਂ ਕਹਿੰਦੇ ਵੀ ਮੁਸ਼ਕਿਲ ਬਹੁਤ ਹੈਗੀ ਆ ਰਿਹਾ ਵਾਸਤੇ ਪਰ ਉਹਨਾਂ ਦਾ ਵੀ ਇੱਕ ਤਰੀਕਾ ਹੈਗਾ ਵੀ ਇਹਨੂੰ ਅਸੀਂ ਕਿਸ ਤਰ੍ਹਾਂ ਕੰਟਰੋਲ ਕਰੀਏ। ਉਹ ਕਾਫੀ ਸਮੇਂ ਤੋਂ ਇਹ ਕੰਮਾਂ 'ਚ ਹੈਗੇ ਨੇ ਉਹ ਸਮਝਦੇ ਨੇ ਇਸ ਗੱਲ ਨੂੰ ਵੀ ਇਹਨੂੰ ਕਿੱਦਾਂ ਅਸੀਂ ਕੰਟਰੋਲ ਕਰਨਾ ਹੈਗਾ। ਸੋ ਜਿੱਥੋਂ ਤੱਕ ਲੱਗਦਾ ਨਹੀਂ ਵੀ ਆਹ ਸਾਲ ਦੇ ਵਿੱਚ ਕੋਈ ਅੱਛਾ ਰੇਟ ਕੱਟ ਸਾਨੂੰ ਕੱਲ੍ਹ ਵੀ ਮਿਲ ਸਕਦਾ ਹੈਗਾ। ਹੋ ਸਕਦਾ ਵੀ ਜਿੱਦਾਂ ਕਿ ਹੁਣ 7% ਲੱਗ ਜਿਹੜਾ ਰੇਟ ਚੱਲਦਾ ਵੀ ਇੱਥੇ ਹੀ ਵਜ੍ਹਾ ਰਵੇ। ਅਜੇ ਕਹਿੰਦੇ ਨਾ ਵਧਾਉਣਾ ਤੇ ਨਾ ਘਟਾਉਣਾ। ਹਾਂ ਪਰ ਇਹ ਕਈ ਵਾਰੀ ਕਹਿ ਲਓ ਵੀ ਵੱਧ ਵੀ ਸਕਦਾ ਕਿਉਂਕਿ ਜੇ ਹੁਣ ਜਿਹੜੇ ਬੈਂਕਿੰਗ ਸਿਸਟਮ ਹੈਗਾ ਉਹ ਆਪਣੇ ਹਿਸਾਬ ਨਾਲ ਉਹ ਵੀ ਤੁਰੇ ਜਾਂਦਾ ਹੈਗਾ। ਸੋ ਇਸ ਵੇਲੇ ਜੋ ਹਾਲਾਤ ਹੈਗੇ ਨੇ ਜੋ ਫੈਡ ਦੀਆਂ ਪਾਲਿਸੀਜ਼ ਹੈਗੀਆਂ ਜੋ ਉਹਨਾਂ ਵੱਲੋਂ
ਕਹ ਲਓ ਵੀ ਜਿਹੜੇ ਸਾਨੂੰ ਸਿਗਨਲਸ ਆ ਰਹੇ ਆ ਉਹ ਇਹੋ ਦੱਸਦੇ ਆ ਵੀ ਰੇਟ ਕੱਟਸ ਜਿਹੜੇ ਹੈਗੇ ਆ ਉਹ ਸ਼ਾਇਦ ਸਾਨੂੰ ਇਸ ਸਾਲ ਨਾ ਮਿਲੇ। ਪਿਛਲੇ ਕਈ ਚਿਰ ਤੋਂ ਲੋਕ ਇੰਤਜ਼ਾਰ ਕਰ ਰਹੇ ਆ ਵਾਂਸ ਇਨ ਅ ਲਾਈਫ ਟਾਈਮ ਜਾਂ ਵਾਂਸ ਇਨ ਅ ਜਨਰੇਸ਼ਨ ਵਾਲੇ ਜਿਹੜੇ ਰੇਟ ਆ 2.5% 3% ਵਾਲੇ ਅਸੀਂ ਆ ਜਾਣਗੇ ਤਾਂ ਅਸੀਂ ਫਿਰ ਘਰ ਖਰੀਦਾਂਗੇ। ਉਹਨਾਂ ਨੂੰ ਕੀ, ਉਹਨਾਂ ਬਾਇਰਸ ਦੇ ਲਈ ਕੀ ਤੁਸੀਂ ਕਹਿਣਾ ਚਾਹੁੰਦੇ ਹੋ? ਸੁਰਾਜ ਮੇਵਾ ਜੀ ਦੇਖੋ, ਇੱਕ ਸੁਨਹਿਰੀ ਮੌਕਾ ਸੀਗਾ, ਜਿਨ੍ਹਾਂ ਨੇ ਫਾਇਦਾ ਚੱਕਿਆ ਉਹ ਤੇ ਖੁਸ਼ ਨੇ, ਅੱਜ ਵੀ ਬਹੁਤ ਖੁਸ਼ ਨੇ। ਸਹੀ ਗੱਲ। ਬਟ ਜਿਹੜੀ ਰਿਐਲਿਟੀ ਉਹ ਇਹ ਹੋ ਹੈਗੀ ਹੈ ਵੀ ਇਸ ਵੇਲੇ ਸ਼ਾਇਦ ਸਾਨੂੰ ਉਹ 2.5-3% ਵਾਲਾ ਰੇਟ ਸ਼ਾਇਦ ਨਾ ਨਜ਼ਰ ਆਵੇ, ਜਲਦੀ ਨਾ ਆਵੇ, ਜਲਦੀ ਕਿਤੇ ਨਾ ਨਜ਼ਰ ਆਉਣਾ। ਬਟ ਦੇਖੋ ਜਿੱਥੋਂ ਤੱਕ ਰੇਟਸ ਦੀ ਗੱਲ ਹੈਗੀ ਹੈ, ਰੇਟਸ ਇੱਕ ਐਸੀ ਚੀਜ਼ ਹੈ ਜੇ ਘਟਣਗੇ ਤੇ ਤੁਹਾਡੇ ਕੋਲ ਹਮੇਸ਼ਾ ਇੱਕ ਆਪਸ਼ਨ ਹੁੰਦੀ ਹੈ ਕਿ ਤੁਸੀਂ ਉਸ ਚੀਜ਼ ਨੂੰ ਰੀਫਾਈਨੈਂਸ ਕਰ ਸਕਦੇ ਹੋ। ਇਹ ਵੀ ਗੱਲ ਹੈ। ਅਮਰੀਕਾ ਦੇ ਵਿੱਚ ਰੀਫਾਈਨੈਂਸ ਦੀ ਆਪਸ਼ਨ ਇੱਕ ਬੜੀ ਵੱਡੀ ਆਪਸ਼ਨ ਹੁੰਦੀ ਹੈ। ਕੋਵਿਡ ਦੇ ਵਿੱਚ ਵੀ ਰੀਫਾਈਨੈਂਸ ਦਾ ਕੰਮ ਬਹੁਤ ਹੋਇਆ ਸੀ, ਜਿਨ੍ਹਾਂ ਨੇ 6-6 7-7 ਦੀਆਂ 5-5% ਦੇ ਮੌਰਗੇਜ ਲਏ ਸੀ ਉਹਨਾਂ ਨੇ ਆਪਣੀ 2.5-2.5 3 ਤੱਕ ਈਵਨ 4 ਜਣਿਆਂ ਨੇ ਵੀ ਕਰਾ ਲਈ ਸੀ, ਉਹਨਾਂ ਨੇ ਵੀ ਕਰਾ ਲਈ ਸੀ। ਉਹਨਾਂ ਨੇ ਕਈਆਂ ਨੇ 30 ਸਾਲ ਦੀ ਮੌਰਗੇਜ ਘਟਾ ਕੇ 15 ਸਾਲ ਦੀ ਕਰ ਲਈ। ਸੋ ਦੇਖੋ ਇਹ ਮੌਕਾ ਆ ਸਕਦਾ, ਪਰ ਚਾਂਸਸ ਘੱਟ ਹੈਗੇ ਨੇ। ਤੁਸੀਂ ਰੈਡੀ ਰਹੋ, ਤੁਹਾਡੇ ਕੋਲ ਘਰ ਹੋਵੇ, ਤੁਸੀਂ ਉਸ ਨੂੰ ਜੇ ਹਾਈ ਰੇਟ ਤੇ ਹੈਗਾ ਤੁਸੀਂ ਉਹਨੂੰ ਘੱਟ ਰੇਟ ਤੇ, ਜੇ ਆ ਗਿਆ ਰੇਟ ਘੱਟ ਤੇ ਉਹਨੂੰ ਤੁਸੀਂ ਰੀਫਾਈਨੈਂਸ ਕਰ ਸਕਦੇ ਹੋ। ਲੇਕਿਨ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਣਾ ਵੀ ਜੇ ਰੇਟ ਘਟਣਗੇ ਤੇ ਘਰਾਂ ਦੇ ਪ੍ਰਾਈਸ ਵਧਣ ਦੇ ਚਾਂਸ ਵੀ ਨਾਲ ਬਣ ਜਾਂਦੇ। ਉਹ ਥੋੜਾ ਐਕਸਪਲੇਨ ਕਰੋ ਵੀ ਉਹ ਕਿਉਂ ਇਦਾਂ ਹੁੰਦਾ ਹੈ। ਹਾਂਜੀ ਦੇਖੋ, ਇਸ ਤਰ੍ਹਾਂ ਹੈਗਾ ਕਿ ਜੇ ਰੇਟ ਘਟਣਗੇ ਤੇ ਹੁਣ ਜਿਹੜੇ ਬਾਇਰ ਜਿਹੜੇ ਇਸ ਵੇਲੇ ਹੈਗੇ ਆ ਵੇਟ ਕਰ ਰਹੇ, ਜਿਹੜੇ ਕਾਫੀ ਸਮੇਂ ਤੋਂ ਵੇਟ ਕਰ ਰਹੇ, ਉਹਨਾਂ ਦੀ ਇੱਕੋ ਹੀ ਵੇਟ ਹੈਗੀ ਹੈ ਵੀ ਜਦੋਂ ਅਸੀਂ ਵਿਆਜ ਕਰਨਗੇ। ਉਹਨਾਂ ਨੇ ਪੈਸੇ ਵੀ ਜੋੜੇ ਹੋਏ ਆ, ਉਹ ਕਈ ਕੁਆਲੀਫਾਈ ਵੀ ਕਰ ਰਹੇ ਹੈਗੇ ਆ। ਉਹ ਸਿਰਫ ਇਸ ਚੀਜ਼ ਇੰਤਜ਼ਾਰ 'ਚ ਹੈਗੇ ਨੇ ਵੀ ਅਸੀਂ ਘੱਟ ਰੇਟ ਦੇ ਮੌਰਗੇਜ ਲੈਣੀ ਹੈ। ਉਹਦਾ ਜਿਹੜਾ ਸਾਈਡ ਇਫੈਕਟ ਹੈਗਾ ਉਹ ਇਹ ਹੈਗਾ ਵੀ ਜਦੋਂ ਤੁਸੀਂ ਹੈਗੇ ਹੋ, ਜਿਵੇਂ ਅਸੀਂ ਵੀ ਸੋਚਦੇ ਵੀ ਵਾਕਈ ਯਾਰ ਰੇਟ ਘੱਟ ਜਾਣ ਤਾਂ ਫਿਰ ਨਾ ਸਾਡਾ ਵੀ ਕੰਮ ਬਹੁਤ ਵਧੂਗਾ, ਸਾਡਾ ਕੰਮ ਵੀ ਵਧਣਾ। ਹੋਣਾ ਕੀ ਹੈ, ਫਿਰ ਜਿਹੜਾ ਘਰ ਸੇਲ ਤੇ ਲੱਗਣਾ ਉਹਦੇ ਉੱਪਰ ਫਿਰ ਮਲਟੀਪਲ ਆਫਰਸ, ਜੋ ਆਪਾਂ ਕੋਵਿਡ 'ਚ ਦੇਖਿਆ ਸੀਗਾ, ਉਹ ਫਿਰ ਜਿਹੜਾ ਤੁਸੀਂ ਮਨ ਬਣਾ ਕੇ ਸਵੇਰੇ ਚੱਲਣਾ ਵੀ ਅਸੀਂ ਤੇ ਆਹ ਘਰ ਲੈਣਾ, ਤੁਹਾਡੇ ਤੋਂ ਪਹਿਲਾਂ ਉੱਥੇ 4 ਬੰਦੇ ਪਹੁੰਚੇ ਹੋਣੇ ਨੇ, ਪੈਸੇ ਪੂਸੇ ਰੈਡੀ ਹੈ, ਪ੍ਰੀ ਅਪਰੂਵਲ ਵੀ ਲੈਟਰ ਉਹਨਾਂ ਦਾ ਰੈਡੀ ਹੈ, ਘਰ ਵੀ ਉਹ ਲੈ ਸਕਦੇ ਨੇ। ਉਹਨਾਂ ਨੇ ਕਹਿਣਾ ਵੀ ਇਹ ਘਰ ਅਸੀਂ 20,000 ਤੋਂ ਉੱਪਰ ਹੁਣ ਲਓ, ਅਸੀਂ 40,000 ਵੀ ਉੱਪਰ ਦੇਵਾਂਗੇ। ਫਿਰ ਉਹ ਜਿਹੜੀ ਕਹਿੰਦੇ ਨਾ ਵੀ ਓਵਰ ਆਸਕਿੰਗ, ਮਲਟੀਪਲ ਆਫਰ ਦੀ ਸਿਚੁਏਸ਼ਨ ਬਣ ਜਾਂਦੀ ਹੈ। ਫਿਰ ਤੁਸੀਂ ਕਹਿੰਦੇ ਯਾਰ ਮੇਰੇ ਕੋਲ ਘਰ ਨਹੀਂ ਲਿਆ ਹੁੰਦਾ, ਫਿਰ ਤੁਸੀਂ ਸਟ੍ਰੈਸ ਆ ਜਾਂਦੇ ਜੀ ਵੀ ਉਦੋਂ। ਹੁਣ ਜੇ ਅੱਜ ਜੇ ਕਿਸੇ ਨੇ ਘਰ ਲੈਣਾ ਹੋਵੇ ਰਾਜੋ ਜੀ, ਤੋਂ ਆਪਣੇ ਮਰਜ਼ੀ ਦਾ ਘਰ, ਪਸੰਦ ਦੀਆਂ ਚੀਜ਼ਾਂ ਨੈਗੋਸ਼ੀਏਟ ਵੀ ਕਰ ਸਕਦੇ ਹੋ, ਪ੍ਰਾਈਸ ਨੂੰ ਆਪਣੇ ਤਰੀਕੇ ਨਾਲ ਘਰ ਲੈ ਵੀ ਸਕਦੇ ਹੋ। ਠੀਕ ਹੈ। ਔਰ ਮੈਂ ਹਮੇਸ਼ਾ ਇਹ ਗੱਲ ਅੱਜ ਵੀ ਬਾਰ-ਬਾਰ ਸਭ ਨੂੰ ਇਹੋ ਕਹਿ ਰਿਹਾ ਵੀ ਦੇਖੋ ਘਰ ਦੇ ਤੁਸੀਂ ਲੈ ਸਕਦੇ ਹੋ ਜੇ ਤੁਹਾਨੂੰ ਲੋੜ ਹੈਗੀ ਹੈ, ਜਿਹੜੇ ਲੋੜਵੰਦ ਹੈ ਤੇ ਘਰ ਤੁਸੀਂ ਲੈ ਲਓ। ਕੋਈ ਘਰ ਲੈ ਕੇ ਤੁਸੀਂ ਕਹਿੰਦੇ ਲੋਗੇ, ਕੱਲ੍ਹ ਨੂੰ ਜਦੋਂ ਵਿਆਜ ਕਰਨਗੇ ਤੁਹਾਡੀ ਆਪਸ਼ਨ ਹਮੇਸ਼ਾ ਤੁਹਾਡੀ ਫਰਸਟ ਹੋ ਸਕਦੀ ਹੈ, ਤੁਸੀਂ ਉਸ ਨੂੰ ਰੀਫਾਈਨੈਂਸ ਕਰ ਲਓ। ਸੋ ਜਿਨ੍ਹਾਂ ਨੇ ਘਰ ਨਹੀਂ ਲਏ ਔਰ ਪੈਸੇ ਜੁੜੇ ਹੋਏ ਨੇ, ਆਹ ਚੀਜ਼ ਦੀ ਵੇਟ ਨਾ ਕਰੋ ਵੀ ਜਦੋਂ ਬਹੁਤ ਘਟਣਗੇ ਰੇਟ ਇੰਟਰਸਟ ਰੇਟ ਅਸੀਂ ਉਦੋਂ ਕਰ ਲਵਾਂ, ਉਦੋਂ ਫਿਰ ਭੀੜ ਪੈ ਜਾਣੀ, ਰਸ਼ ਬਹੁਤ ਆ ਜਾਣਾ। ਜੋ ਆਪਾਂ ਜਿੱਦਾਂ ਦੇਖਿਆ ਤੇ ਆਪਾਂ ਬਾਅਦ 'ਚ ਵੀ ਇਹ ਸਟੋਰੀਜ਼ ਕਰਦੇ ਰਹੇ ਹਾਂ ਵੀ ਉਸ ਟਾਈਮ ਦੇ ਉੱਤੇ ਜਦੋਂ ਲੋਕਾਂ ਨੇ ਕਾਹਲੀ ਦੇ ਵਿੱਚ ਘਰ ਲਏ, ਕਿਸੇ ਨੇ ਇੰਸਪੈਕਸ਼ਨ ਵੇਵ ਆਫ ਕਰਤੀਆਂ, ਕਿਸੇ ਨੇ ਕੁਛ ਕਰਦਾ, ਬਾਅਦ 'ਚ ਕਿਸੇ ਦੀਆਂ ਛੱਤਾਂ ਦੀ ਪ੍ਰੋਬਲਮ ਨਿਕਲ ਆਈ, ਕਿਸੇ ਦੀ ਫਾਊਂਡੇਸ਼ਨ ਦੀ ਨਿਕਲ ਆਈ, ਫਿਰ ਬੰਦਾ ਸਿਰ ਤੇ ਹੱਥ ਮਾਰਦਾ ਯਾਰ ਮੈਂ ਉਦੋਂ ਕੀ ਕਰ ਬੈਠਾ। ਸੋ ਆਪਾਂ ਕਹਿ ਸਕਦੇ ਹਾਂ ਮੋਹਨਚੀਮਾ ਜੀ ਰਾਈਟ ਨਾਓ ਬਾਇਰ ਮਾਰਕੀਟ ਆ। ਦੇਖੋ ਬਾਇਰ ਦੀ ਮਾਰਕੀਟ ਹੈਗੀ ਇਸ ਵੇਲੇ, ਰੀਜ਼ਨ ਬੀਇੰਗ ਕਿ ਉਹ ਆਪਣੇ ਮਰਜ਼ੀ ਦਾ ਪ੍ਰਾਈਸ ਦੇ ਸਕਦੇ ਨੇ। ਮਤਲਬ ਕਿ ਉਹ ਕਹਿ ਸਕਦੇ ਨੇ ਵੀ ਮੈਂ ਇੰਨਾ ਘਰ ਦਾ ਪੈਸਾ ਦੇਣਾ, ਜੇ ਤੁਸੀਂ ਵੇਚਣਾ ਤੁਸੀਂ ਵੇਚ। ਸੋ ਬਾਇਰ ਹਜੇ ਵੀ ਹੋਲਡ ਅਪ ਰੱਖ ਰਹੇ ਆ। ਠੀਕ ਹੈ। ਸੈਲਰ ਵੀ ਬੜੇ ਥੋੜੇ ਅੜੇ ਜਿਹੇ ਹੈਗੇ। ਅੱਛਾ, ਕਹਿੰਦੇ ਵੀ ਅਸੀਂ ਵੀ ਵੱਧ ਹੀ ਵੇਚਣੇ ਆ। ਉਹ ਸੈਲਰ, ਮੈਂ ਤੁਹਾਨੂੰ ਇੱਕ ਬੜੀ ਅੱਛੀ ਸਟੋਰੀ ਸੁਣਾਉਣਾ, ਵੀਕਐਂਡ ਦੀ ਗੱਲ ਹੈਗੀ ਹੈ। ਠੀਕ ਹੈ। ਤੇ ਇੱਕ ਸੈਲਰ ਨੇ ਆਪਣਾ ਘਰ ਸੇਲ ਤੇ ਲਾਇਆ ਸੀ। ਠੀਕ ਹੈ। ਤੇ ਜਿਹੜਾ ਏਜੰਟ ਸੀਗਾ, ਸਾਡੀ ਕੰਪਨੀ ਦਾ ਏਜੰਟ ਨਹੀਂ ਸੀਗਾ, ਤੇ ਕੁੜੀ ਸੀਗੀ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਇਹ ਘਰ ਦੀ ਪ੍ਰਾਈਸ ਵੀ ਬੜੀ ਘੱਟ ਲਾਈ ਹੈ, ਘਰ ਬਹੁਤ ਸੋਹਣਾ ਸੀਗਾ, ਖੂਬਸੂਰਤ ਘਰ ਸੀਗਾ, ਮੈਂ ਆਪਣੇ ਸੋਸ਼ਲ ਮੀਡੀਆ ਤੇ ਵੀ ਪਾਇਆ ਸੀਗਾ। ਠੀਕ ਹੈ। ਤੇ ਮੈਨੂੰ ਵੀ ਬੜਾ ਅੱਛਾ ਲੱਗਾ, ਮੈਂ ਕਿਹਾ ਯਾਰ ਘਰ ਦੀ ਪ੍ਰਾਈਸ ਹੀ ਬੜੀ ਘੱਟ ਹੈ, ਕਿਉਂਕਿ ਅਸੀਂ ਏਜੰਟਸ ਹੈਗੇ, ਸਾਨੂੰ ਪਤਾ ਹੁੰਦਾ ਇਹ ਘਰ ਦੀ ਪ੍ਰਾਈਸ ਹੈ। ਮੈਂ ਉਸਨੂੰ ਪੁੱਛਿਆ, ਮੈਂ ਕਿ ਘਰ ਦੀ ਇੰਨੀ ਪ੍ਰਾਈਸ ਘੱਟ ਕਿਉਂ ਲਾਈ ਹੈ? ਕਹਿੰਦੀ ਮੈਂ ਸੈਲਰ ਨਾਲ ਇਹ ਗੱਲ ਕੀਤੀ ਸੀ, ਗੋਰੀ ਸੀਗੀ ਕੁੜੀ, ਤੇ ਮੈਂ ਸੈਲਰ ਨੂੰ ਇਹ ਗੱਲ ਦੱਸੀ, ਮੈਂ ਕਿਹਾ ਵੀ ਜਿੰਨਾ ਤੂੰ ਪ੍ਰਾਈਸ ਮੰਗਣਾ ਲਾਉਣ ਨੂੰ ਤੇ ਲਾ ਦਿੰਦੇ ਆ, ਪਰ ਇਹ ਹੋ ਸਕਦਾ ਵੀ ਮਹੀਨਾ 2 ਮਹੀਨੇ 6 ਮਹੀਨੇ ਲੱਗਿਆ ਰਹੇ ਫਿਰ ਵਿਕੇ ਨਾ, ਕਿ ਤੂੰ ਆਪਣੀ ਮਰਜ਼ੀ ਦਾ ਪ੍ਰਾਈਸ ਮੈਂ ਵੱਧ ਤੋਂ ਵੱਧ ਪੈਸੇ ਲਵਾਂ। ਕਹਿੰਦੀ ਮੈਂ ਤੈਨੂੰ ਇਹ ਰਿਕਮੈਂਡ ਕਰਨੀ ਵੀ ਤੂੰ ਆਹ ਪ੍ਰਾਈਸ ਲਾ, ਫਿਰ ਤੈਨੂੰ ਦੇਖੀ ਆਫਰ ਆਉਣਗੀਆਂ ਤੇ ਆਸਕਿੰਗ ਤੋਂ ਉੱਪਰ ਆਉਣਗੀਆਂ। ਤੇ ਇਦਾਂ ਹੀ ਹੋਇਆ ਕੀ? ਔਰ ਅੱਜ ਮੇਰੀ ਘੰਟਾ ਘਰ ਨੂੰ ਲੱਗਿਆ ਹੋਇਆ ਸੀਗਾ, 2 ਆਫਰਾਂ ਉਸ ਤੋਂ ਉੱਪਰ ਆ ਗਈਆਂ ਸੀ। ਸੋ ਸੈਲਰਸ ਵਾਸਤੇ ਵੀ ਇੱਕ ਹਿਦਾਇਤ ਹੈਗੀ ਹੈ ਵੀ ਆਪਣੇ ਏਜੰਟ ਨਾਲ ਸਲਾਹ ਜ਼ਰੂਰ ਕਰੋ। ਇਹ ਨਾ ਹੋਏ ਵੀ ਤੁਸੀਂ ਆਪਣੀ
ਪ੍ਰੋਪਰਟੀ ਨੂੰ ਲਿਸਟ ਲਾ ਦਿਓ, ਫਿਰ ਉਹਦੀ ਵੈਲਿਊ ਘਟੀ ਜਾਊਗੀ ਜਾਂ ਤੁਸੀਂ ਪਰੇਸ਼ਾਨ ਹੋਈ ਜਾਓਗੇ ਇਹਨੂੰ ਕਦੋਂ ਵਿਕੂਗਾ। ਉਹ ਤਾਂ ਨਹੀਂ ਵਿਕ ਰਿਹਾ ਕਿ ਤੁਹਾਡੀ ਆਸਕਿੰਗ ਪ੍ਰਾਈਸ ਬਹੁਤ ਜ਼ਿਆਦਾ ਹੈਗੀ ਹੈ। ਠੀਕ ਹੈ। ਅਸੀਂ ਐਜ਼ ਲਿਸਟਿੰਗ ਏਜੰਟ ਕਹਿੰਦੇ ਚਲੋ ਕੋਈ ਨਹੀਂ, ਜੇ ਤੁਸੀਂ ਕਹਿੰਦੇ ਹੋ ਵੇਚਣਾ ਤੇ ਅਸੀਂ ਲਾ ਦਿੰਦੇ ਹਾਂ, ਅਸੀਂ ਤਾਂ ਤੁਹਾਡੇ ਨਾਲ ਹੈਗੇ ਹਾਂ। ਬਟ ਜਿਹੜਾ ਮੇਰਾ ਐਕਸਪੀਰੀਅੰਸ ਹੈ ਉਹ ਦੱਸਦਾ ਵੀ ਘਰ ਨੂੰ ਇਸ ਤਰ੍ਹਾਂ ਲਾਓ ਵੀ ਜਿਹੜਾ ਬੰਦਾ ਕਹੇ ਯਾਰ ਮੈਨੂੰ ਇਹ ਘਰ ਦੀ ਪ੍ਰਾਈਸ ਬਹੁਤ ਵਧੀਆ, ਆਪ ਆਪਣੇ ਪੈਸੇ ਜ਼ਿਆਦਾ ਦੇਣ ਨੂੰ ਆਪਣੇ ਕੋਲ ਰੈਡੀ ਹੋਵੇ। ਇਹੋ ਘਰ ਚਾਹੀਦਾ, ਮੈਂ ਇਹਨੂੰ 20,000 ਦਾ 30,000 40,000 ਜੋ ਮੈਂ ਵੱਧ ਦੇਣ ਨੂੰ ਹੁਣ ਵੀ ਤਿਆਰ ਹਾਂ, ਕਿਉਂਕਿ ਘਰ ਦੀ ਵੈਲਿਊ ਹੈਗੀ। ਠੀਕ ਹੈ। ਸੋ ਇਹ ਗੱਲ ਮੈਂ ਤੁਹਾਨੂੰ ਤਾਂ ਦੱਸਾਂ ਕਿ ਅੱਜ ਦੀ ਮਾਰਕੀਟ ਜੇ ਤੁਸੀਂ ਘਰ ਵੇਚਣਾ ਹੈਗਾ ਨਾ ਤੇ ਬੀ ਕੇਅਰਫੁਲ, ਉਹਨੂੰ ਸਹੀ ਤਰੀਕੇ ਨਾਲ ਲਾਓ। ਮਾਰਕੀਟ ਰੇਟ ਵਧੀਆ ਲਾਓ, ਰੇਟ ਤੋਂ ਭਾਵੇਂ ਥੋੜਾ ਜਿਹਾ ਘੱਟ ਲਾਓ, ਤੁਹਾਨੂੰ ਜਿਹੜੇ ਬੰਦੇ ਲੈਣਾ ਉਹ ਵੱਧ ਪੈਸੇ ਦੇ ਕੇ ਵੀ ਰੈਡੀ ਹੋ ਵੀ ਮੈਂ ਖੁਸ਼ ਹਾਂ ਵੱਧ ਪੈਸੇ ਦੇ ਕੇ, ਔਰ ਪ੍ਰਾਈਸ ਤੁਹਾਨੂੰ ਫਿਰ ਉੱਤੇ ਆ ਜਾਣਾ। ਨਹੀਂ, ਇਹ ਤਾਂ ਰੀਸੈਂਟ ਐਕਸਪੀਰੀਅੰਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਈ ਮਾਰਕੀਟਸ ਜਿਹੜੀਆਂ ਹੌਟ ਮਾਰਕੀਟਸ ਆ ਉਹਦੇ ਵਿੱਚ ਆਪਾਂ ਦੇਖਦੇ ਹਾਂ ਵੀ ਅਜੇ ਵੀ ਕਈ ਵਾਰੀ ਓਵਰ ਆਸਕਿੰਗ ਜਿਹੜਾ ਉਹ ਕੰਮ ਚੱਲ ਰਿਹਾ ਹੈਗਾ ਤੇ ਚਲੇ ਜਾਂਦਾ ਆ। ਸੋ ਜਿੱਦਾਂ ਇਹ ਕਹਿ ਰਹੇ ਆ ਵੀ ਜੇ ਤੁਹਾਡੇ ਕੋਲ ਜਮ੍ਹਾਂ ਪੂੰਜੀ ਹੈਗੀ ਆ, ਰੈਂਟ ਤੋਂ ਬਚਣਾ ਆ, ਉਹ ਸਾਰੀਆਂ ਚੀਜ਼ਾਂ ਤੋਂ ਤੁਸੀਂ ਕਰਨਾ ਹੈ, ਆਪਣੀ ਇੱਕ ਥਾਂ ਬਣਾਉਣੀ ਚਾਹੁੰਦੇ ਆ, ਰੀਫਾਈਨੈਂਸ ਦੀ ਆਪਸ਼ਨ ਹਮੇਸ਼ਾ ਹੀ ਜਿਹੜੀ ਉਹ ਓਪਨ ਰਹਿੰਦੀ ਆ। ਪਰ ਇਹ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਵੀ ਬਾਂਹ ਮਰੋੜ ਕੇ ਵੀ ਘਰ ਲੈ ਲਓ, ਅਫੋਰਡੇਬਿਲਟੀ ਜ਼ਰੂਰ ਦੇਖੋ ਵੀ ਤੁਹਾਡੀ ਜਿਹੜੀ ਅਫੋਰਡੇਬਿਲਟੀ ਜ਼ਰੂਰ ਹੋਣੀ ਚਾਹੀਦੀ ਆ। ਬਿਲਕੁਲ ਸਹੀ ਹੈ। ਜਿਹੜੀ ਤੁਸੀਂ ਗੱਲ ਕਹਿੰਦੇ ਵੀ ਬਾਇਰਸ ਦੀ ਮਾਰਕੀਟ ਤਾਂ ਹੈਗੀ ਹੈ ਕਿ ਬਾਇਰ ਹੈ ਬਹੁਤ ਦੇ ਮਾਰਕੀਟ 'ਚ, ਬਹੁਤ ਜ਼ਿਆਦਾ ਬਾਇਰ ਨੇ ਇਸ ਮਾਰਕੀਟ, ਇੰਨੇ ਘਰ ਹਜੇ ਮਾਰਕੀਟ 'ਚ ਹੈ ਨਹੀਂ ਹੈਗੇ, ਇਨਵੈਂਟਰੀ ਅਜੇ ਘੱਟ ਹੀ ਆ। ਫਰਕ ਸਿਰਫ ਇੰਨਾ ਹੈ ਕਿ ਜਿਹੜੇ ਸੈਲਰ ਹੈਗੇ ਆ ਉਹ ਵੱਧ ਤੋਂ ਵੱਧ ਪੈਸੇ ਲਾਉਣ ਦੇ ਚੱਕਰ 'ਚ ਹੈਗੇ ਨੇ, ਬਾਇਰ ਹੈਗੇ ਨੇ ਉਹ ਕਹਿੰਦੇ ਵੀ ਘੱਟ ਤੋਂ ਘੱਟ ਪੈਸੇ ਦੇਣੇ ਹੈਗੇ ਆ। ਇਸ ਕਰਕੇ ਦੋਵੇਂ ਪਾਸੇ ਉਹ ਟਸਲ ਜੀ ਲੱਗੀ ਹੋਈ, ਮਿਡਲ ਗਰਾਊਂਡ ਤੁਸੀਂ ਲੱਭਣੀ ਹੈ। ਜਿਹੜੇ ਬੰਦੇ ਨੇ ਸਹੀ ਤਰੀਕੇ ਨਾਲ ਵੇਚਣਾ, ਤੇ ਮੈਂ ਇੰਨੀ ਗੱਲ ਜ਼ਰੂਰ ਕਰਨਾ ਤੁਹਾਨੂੰ ਗਰੰਟੀ ਨਾਲ ਵੀ ਬਾਇਰ ਮਾਰਕੀਟ 'ਚ ਬਹੁਤ ਜ਼ਿਆਦਾ ਹੈਗੇ ਨੇ, ਤੁਸੀਂ ਘਰ ਦੀ ਪ੍ਰਾਈਸ ਸਹੀ ਤਰੀਕੇ ਦੀ ਲਾਓਗੇ ਤੇ ਘਰ ਤੁਹਾਡਾ ਵੇਖੋ ਕਿਦਾਂ ਲੱਗਦਾ। ਸੋ ਬਾਇਰ ਦੇ ਪੱਖ ਤੋਂ ਮੋਂਚੀਮਾ ਜੇ ਪੁੱਛੀਏ ਵੀ ਹੁਣ ਜਿੱਦਾਂ ਤੁਸੀਂ ਜਿਹੜੀ ਐਗਜ਼ਾਮਪਲ ਦਿੱਤੀ ਆ, ਉਹਨੇ ਬਲੋ ਮਾਰਕੀਟ ਜਾਂ ਕਹਿ ਲਓ ਵੀ ਉਹਨੇ ਉਹ ਤੋਂ ਐਵਰੇਜ ਤੋਂ ਥੋੜਾ ਘੱਟ ਲਾਇਆ ਤਾਂ ਜੋ ਉਹਨੂੰ ਆਫਰਸ ਜਿਹੜੀਆਂ ਜ਼ਿਆਦਾ ਆਉਣ ਤਾਂ ਉੱਤੇ ਆਉਣ। ਐਜ਼ ਏ ਬਾਇਰ ਉਹਨੂੰ ਕਿੱਦਾਂ ਪਤਾ ਲੱਗਦਾ ਵੀ ਇਹ ਜਿਹੜਾ ਪ੍ਰਾਈਸ ਆ ਇਹ ਗੁੱਡ ਆ, ਘੱਟ ਆ, ਵੱਧ ਆ? ਹਾਊ ਡੂ ਦੇ ਨੋ? ਉਹ ਫਿਰ ਤੁਹਾਡੇ ਨਾਲ ਕੰਟੈਕਟ ਕਰਨ ਕਿੱਦਾਂ ਕਰਨ? ਹਾਂਜੀ ਬਿਲਕੁਲ ਸਹੀ ਹੈ। ਦੇਖੋ ਕਾਫੀ ਲੋਕ ਤੇ ਆਨਲਾਈਨ ਜਾ ਕੇ ਆਪਣੇ ਹਿਸਾਬ ਨਾਲ ਲਾ ਜਾਂਦੇ ਪ੍ਰਾਈਸ ਵੀ, ਆ ਜ਼ਿੱਲੋ ਤੇ ਨਹੀਂ ਲੱਗੀ ਹੈ, ਫਲਾਣੀ ਕੰਪਨੀ ਦੇ ਇੰਨੀ ਪ੍ਰਾਈਸ ਸ਼ੋ ਹੁੰਦੀ ਹੈ, ਲੇਕਿਨ ਉਹ ਤੁਸੀਂ ਬਿਲਕੁਲ ਅਸਲੀ ਪ੍ਰਾਈਸ ਨੂੰ ਨਾ ਮੰਨ ਕੇ ਚੱਲੋ। ਜਿਹੜਾ ਇੱਕ ਰੀਅਲਟਰ ਹੈਗਾ ਜਿਹਨੂੰ ਇੱਕ ਲਾਇਸੈਂਸ ਮਿਲਿਆ, ਉਹ ਘਰ ਦੀਆਂ ਹੋਰ ਵੀ ਚੀਜ਼ਾਂ ਚੈੱਕ ਕਰ ਸਕਦਾ ਵੀ ਇਹਦੀ ਜਿਹੜੀ ਸਕੁਅਰ ਫੁਟੇਜ ਹੈਗੀ ਹੈ ਕਰੈਕਟ ਹੈਗੀ ਹੈ, ਛੱਤਿਆ ਕਰੈਕਟ ਹੈਗਾ, ਇੰਨੇ 'ਚ ਬੈਡਰੂਮ ਹੈਗੇ ਵੀ ਨੇ ਕਿ ਨਹੀਂ ਹੈਗੇ ਨੇ। ਸੋ ਇੱਕ ਰੀਅਲਟਰ ਹੈਗਾ ਉਹਨੂੰ ਤਜਰਬਾ ਹੁੰਦਾ ਵੀ ਇੱਥੇ ਸਕੂਲ ਡਿਸਟ੍ਰਿਕਟ ਕਿਹੜਾ ਹੈਗਾ, ਇੱਥੇ ਕ੍ਰਾਈਮ ਰੇਟ ਕਿੰਨਾ ਹੈਗਾ, ਇਹ ਚੰਗਾ ਨੇਬਰਹੁੱਡ ਮੰਨਿਆ ਜਾਂਦਾ ਕਿ ਮਾੜਾ ਨੇਬਰਹੁੱਡ ਮੰਨਿਆ ਜਾਂਦਾ। ਉਹਦੇ ਹਿਸਾਬ ਨਾਲ ਫਿਰ ਤੁਹਾਨੂੰ ਦੱਸਦਾ ਵੀ ਇੰਨੀ ਜਿਹੜੀ ਪ੍ਰਾਈਸ ਹੈ ਇਹ ਘਰ ਦੀ ਸਹੀ ਲੱਗੀ ਹੈਗੀ ਹੈ। ਅਸੀਂ ਦੱਸ ਦਿੰਦੇ ਹਾਂ ਬਾਇਰਸ ਨੂੰ ਵੀ ਭਾਜੀ ਇੰਨਾ ਪ੍ਰਾਈਸ ਸਹੀ ਲੱਗੇਗਾ, ਤੁਸੀਂ ਜਿਸ ਤੋਂ ਕਰ ਲਓਗੇ ਤੁਹਾਡੀ ਗੱਲ ਬਣਨੀ ਨਹੀਂ ਹੈਗੀ। ਸੋ ਇਸ ਗੱਲ ਵਾਸਤੇ ਜਿਹੜਾ ਇੱਕ ਐਕਸਪੀਰੀਅੰਸ ਰੀਅਲ ਏਸਟੇਟ ਏਜੰਟ ਉਹ ਤੁਹਾਨੂੰ ਦੱਸ ਸਕਦਾ ਵੀ ਘਰ ਦੀ ਪ੍ਰਾਈਸ ਤੁਸੀਂ ਕਿੰਨੀ ਆਫਰ ਲਾਓ, ਔਰ ਕਈ ਵਾਰੀ ਉੱਥੋਂ ਵੀ ਅਸੀਂ ਰਾਜੀ ਦੇ। ਅੱਛਾ, ਕਿਉਂਕਿ ਜਿਹੜੇ ਹੋਰ ਏਜੰਟ ਹੈਗੇ ਜਿਹਨੂੰ ਘਰ ਬਹੁਤ ਪਸੰਦ ਹੋਏ, ਦੇਖੋ ਗੱਲ ਆ ਜਾਂਦੀ ਪੈਸੇ ਦੀ, ਜਿਹਨੂੰ ਪਸੰਦ ਦੀ ਕੋਈ ਕੀਮਤ ਨਹੀਂ ਹੁੰਦੀ, ਉਹ ਕਹਿੰਦਾ ਮੈਂ ਇਹ ਘਰ ਲੈਣਾ ਤੇ ਉਹਨੇ ਫਿਰ ਆਪਣੇ ਹਿਸਾਬ ਨਾਲ ਵੱਡੀ ਆਫਰ ਭਰਨੀ ਹੈਗੀ। ਠੀਕ ਹੈ। ਬਟ ਇੱਕ ਏਜੰਟ ਤੁਹਾਨੂੰ ਜਿਹੜਾ ਅੱਛਾ ਏਜੰਟ ਹੈਗਾ ਉਹ ਤੁਹਾਨੂੰ ਇੱਕ ਸਹੀ ਸਲਾਹ ਦੇ ਸਕਦਾ ਵੀ ਹਾਂ ਇਹਦੀ ਇੰਨੀ ਵੈਲਿਊ ਹੈਗੀ ਹੈ। ਅਸੀਂ ਕਿਉਂਕਿ ਮੌਰਗੇਜ ਦਾ ਵੀ ਕੰਮ ਕਰਨੇ, ਅਸੀਂ ਬੈਂਕਿੰਗ ਦੀ ਜਿਹੜੀ ਰਿਪੋਰਟ ਹੁੰਦੀ ਹੈ ਇੰਟਰਨਲ, ਅਸੀਂ ਉਹਨਾਂ ਦੀ ਵੈਲਿਊ ਵੀ ਘਟਾ ਕੇ ਦਿੰਦੇ ਹਾਂ ਵੀ ਬੈਂਕ ਨੇ ਇਹਦੀ ਕਿੰਨੀ ਕੁ ਵੈਲਿਊ ਪਾਉਣੀ, ਸਾਨੂੰ ਇਹ ਵੀ ਉਹਦਾ ਆਈਡੀਆ ਹੁੰਦਾ, ਕਿਉਂਕਿ ਅਸੀਂ ਬੈਂਕਿੰਗ ਦਾ ਗੱਲ ਵੀ ਲੈਂਡਿੰਗ ਦਾ ਵੀ ਕੰਮ ਕਰਨਾ ਹੈਗਾ। ਸੋ ਅਸੀਂ ਸਲਾਹ ਤੁਹਾਨੂੰ ਵਧੀਆ ਦੇਵਾਂਗੇ ਇਹਦੀ ਇੰਨੀ ਕੀਮਤ। ਨੰਬਰ ਦੱਸ ਦਿਓ ਹੁਣ ਫਿਰ ਸਾਰੇ ਆਪਣੇ। ਹਾਂਜੀ ਨੰਬਰ ਸ਼ੇਅਰ ਕਰ ਲਓ। ਜੇ ਕਿਸੇ ਨੇ ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਹੈ, ਭਾਵੇਂ ਉਹ ਮੌਰਗੇਜ ਦੀ ਹੈਗੀ ਹੈ ਜਾਂ ਰੀਅਲ ਏਸਟੇਟ ਦੀ ਹੈਗੀ ਹੈ, ਭਾਵੇਂ ਉਹ ਤੁਸੀਂ ਖੱਤਿਆਂ ਨਾਲ ਤੁਹਾਡਾ ਕੋਈ ਕੰਮ ਜੁੜਦਾ ਜਾਂ ਕਮਰਸ਼ੀਅਲ ਜਾਂ ਕੋਈ ਵੀ ਹੈਗਾ, ਮੇਰਾ ਜਿਹੜਾ ਡਾਇਰੈਕਟ ਕੰਟੈਕਟ ਨੰਬਰ ਹੈਗਾ ਉਹ ਹੈਗਾ ਜੀ 559 905 2575 559 905 2575। ਇਸ ਨੰਬਰ ਤੇ ਤੁਸੀਂ ਮੇਰਾ ਰਾਬਤਾ ਕਾਇਮ ਕਰ ਸਕਦੇ ਹੋ। ਸੋ ਰੀਅਲ ਏਸਟੇਟ ਬਾਇੰਗ ਸੈਲਿੰਗ ਉਹਦੇ ਲਈ ਵੀ ਇਹਨਾਂ ਦੇ ਕੋਲ ਤੁਸੀਂ ਆ ਸਕਦੇ ਆ। ਘਰ ਬਾਏ ਕਰਨ ਦੇ ਲਈ ਜਾਂ ਐਗਰੀਕਲਚਰ ਪ੍ਰਾਪਰਟੀ, ਕਮਰਸ਼ੀਅਲ ਪ੍ਰਾਪਰਟੀ ਤੁਸੀਂ ਬਾਏ ਕਰਨੀ ਆ ਤਾਂ ਮੌਰਗੇਜਸ ਦੇ ਲਈ, ਲੋਨਸ ਦੇ ਲਈ, ਉਹਦੇ ਲਈ ਵੀ ਤੁਸੀਂ ਮੋਹਨ ਚੀਮਾ ਜੀ ਦੇ ਨਾਲ ਸੰਪਰਕ ਕਰ ਸਕਦੇ ਆ। ਤੇ ਮੋਹਨ ਚੀਮਾ ਜੀ ਤੁਸੀਂ ਦੱਸ ਰਹੇ ਸੀਗੇ ਵੀ ਕੁਛ ਤੁਹਾਡੇ ਕੋਲ ਬਾਇਰਸ ਹੈਗੇ ਨੇ, ਉਪਲਬਧ ਨੇ, ਜਿਹੜੇ ਕੁਛ ਯਾਰਡ ਵਗੈਰਾ ਜਾਂ ਰਿਪੇਅਰ ਸ਼ਾਪ ਲੈਣਾ ਚਾਹੁੰਦੇ ਹੋ, ਵੀ ਤੁਸੀਂ ਸ਼ੇਅਰ ਕਰ ਲਿਓ ਗੱਲ। ਬਿਲਕੁਲ ਜੇ ਤੁਸੀਂ ਤੁਹਾਡੇ ਕੋਈ ਟਰੱਕ ਯਾਰਡ ਜਾਂ ਕੋਈ ਕਹਿ ਲਓ ਵੀ ਰਿਪੇਅਰ ਸ਼ਾਪ ਜਾਂ ਮਕੈਨਿਕ ਸ਼ਾਪ ਜਿਹਨੂੰ ਤੁਸੀਂ ਕਹਿੰਦੇ ਜੀ, ਜਾਂ ਦੋਵੇਂ ਇਕੱਠੀਆਂ ਇੱਕ ਜਗ੍ਹਾ ਤੇ ਹੈਗੀਆਂ, ਤੇ ਸਾਡੇ ਕੋਲ ਕੁਛ ਇੱਕ ਪ੍ਰੀ ਅਪਰੂਵਡ ਬਾਇਰਸ ਹੈਗੇ ਨੇ। ਠੀਕ ਹੈ। ਕੈਲੀਫੋਰਨੀਆ ਦੇ ਵਿੱਚ ਖਾਸ ਕਰ 99 ਜਾਂ I-5 ਦੇ ਉੱਪਰ ਉਹ ਪ੍ਰਾਪਰਟੀਜ਼ ਲੈਣ ਦੇ ਵਿੱਚ ਇੰਟਰਸਟਿਡ ਹੈਗੇ ਨੇ। ਜੇ ਤੁਹਾਡੇ ਕੋਈ ਪ੍ਰਾਪਰਟੀ ਹੈਗੀ ਹੈ ਤੁਸੀਂ ਮੈਨੂੰ ਜ਼ਰੂਰ ਦੱਸੋ ਉਹਦੇ ਬਾਰੇ, ਜਾਂ ਤੁਹਾਡੇ ਕੋਈ ਹੋਰ ਪ੍ਰਾਪਰਟੀ ਹੈਗੀ ਹੈ ਤੁਸੀਂ ਉਹਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਜੀ ਵੀ ਇਹਦੀ ਕਿੰਨੀ ਕੁ ਪ੍ਰਾਈਸ ਪਊਗੀ ਜੇ ਅਸੀਂ ਵੇਚਣਾ ਚਾਹੁੰਦੇ ਜੀ, ਕਿਉਂਕਿ ਅੱਜ ਕੱਲ੍ਹ
ਕਾਫੀ ਬਿਜ਼ਨਸ ਓਨਰਸ ਇਹ ਵੀ ਡਿਸਾਈਡ ਕਰ ਰਹੇ ਵੀ ਅਸੀਂ ਆਹ ਚੀਜ਼ ਵੇਚ ਕੇ ਕੋਈ ਹੋਰ ਕੰਮ ਕਰਨਾ ਹੈਗਾ। ਸੋ ਜੇ ਤੁਹਾਡੇ ਕੋਲ ਕੋਈ ਗੈਸ ਸਟੇਸ਼ਨ, ਖਾਸ ਕਰ ਟਰੱਕ ਸਟਾਪ ਜਾਂ ਜਿਹੜੇ ਟਰੱਕ ਯਾਰਡਸ ਹੈਗੇ ਨੇ ਜਾਂ ਰਿਪੇਅਰ ਫੈਸਿਲਿਟੀਜ਼ ਹੈਗੀਆਂ, ਜੇ ਸੈੱਲ ਕਰਨਾ ਚਾਹੁੰਦੇ ਜੇ ਤੁਸੀਂ ਮੇਰੇ ਨੰਬਰ 559-905-25 ਤੇ ਜ਼ਰੂਰ ਕਾਲ ਕਰੋ ਤਾਂ ਕਿ ਮੈਂ ਤੁਹਾਨੂੰ ਉਹਨਾਂ ਬਾਰੇ ਥੋੜੀ ਬਹੁਤੀ ਦੱਸ। ਬਿਲਕੁਲ। ਹੀਲੌਕ ਦੀ ਕੀ ਸਿਚੁਏਸ਼ਨ ਚੱਲ ਰਹੀ ਆ? ਕਈ ਵਾਰੀ ਬੰਦਾ ਸੋਚਦਾ ਆ ਯਾਰ ਹੀਲੌਕ ਦੇ ਨਾ ਰੇਟ ਬਹੁਤ ਹਾਈ ਆ, ਪਰ ਹੀਲੌਕ ਦਾ ਇਹ ਵੀ ਆ ਵੀ ਜਦੋਂ ਵਰਤਦੇ ਆ ਸਿਰਫ ਉਦੋਂ ਹੀ ਦੇਣਾ ਪੈਂਦਾ। ਸੋ ਉਹਦਾ ਵੀ ਦੱਸੋ ਵੀ ਇਕੁਇਟੀਜ਼ ਤੇ ਕਾਫੀ ਲੋਕਾਂ ਦੀਆਂ ਬਣੀਆਂ ਪਈਆਂ। ਹਾਂਜੀ, ਦੇਖੋ US ਦੇ ਵਿੱਚ ਇਸ ਵੇਲੇ ਸਭ ਤੋਂ ਜ਼ਿਆਦਾ ਜਿਹੜੀ ਵੈਲਿਊ ਬਣੀ ਹੋਈ ਹੈ ਘਰਾਂ ਦੇ ਵਿੱਚ, ਜਿਹੜੇ ਹੋਮ ਓਨਰਸ ਹੈਗੇ ਨੇ ਅੱਜ ਤੋਂ 3 ਸਾਲ ਪਹਿਲਾਂ ਜਾਂ 4 ਸਾਲ ਪਹਿਲਾਂ ਜਾਂ 10 ਸਾਲ ਪਹਿਲਾਂ ਘਰ ਲੈ ਕੇ, ਉਹ ਹਰ ਇੱਕ ਬੰਦਾ ਇੱਕ ਕਾਫੀ ਮੋਟੀ ਰਕਮ ਦੇ ਉੱਪਰ ਬੈਠਾ, ਜਿਹਨੂੰ ਕਹਿੰਦੇ ਅਸੀਂ ਹੋਮ ਐਕੁਇਟੀ। ਹੁਣ ਹੋਮ ਐਕੁਇਟੀ ਕਦੋਂ ਚੱਕੀ ਜਾਂਦੀ ਹੈ? ਜਦੋਂ ਤੁਹਾਨੂੰ ਪੈਸਿਆਂ ਦੀ ਹੋਵੇ ਲੋੜ, ਤੁਹਾਡੇ ਘਰ ਦੇ ਉੱਪਰ ਤੁਸੀਂ ਲੋਨ ਚੱਕ ਸਕਦੇ ਹੋ ਜੀ। ਇਹ ਤੁਸੀਂ ਇਹਦੇ ਉੱਪਰ ਜਿਹੜਾ ਵਿਆਜ ਲੱਗਦਾ, ਜਿਹਦੇ ਫੀਸਾਂ ਦੇ ਜੇ ਤੁਸੀਂ ਯੂਜ਼ ਕਰਦੇ ਹੋ ਤੁਹਾਨੂੰ ਉਹਦੇ ਹਿਸਾਬ ਨਾਲ ਇਹ ਕਦੋਂ ਵਿਆਜ ਇੱਥੇ ਲੱਗਦਾ ਹੈਗਾ। ਪਰ ਇੱਕ ਗੁੱਡ ਆਪਸ਼ਨ ਹੈਗੀ ਹੈ, ਜੇ ਤੁਹਾਨੂੰ ਪੈਸਿਆਂ ਦੀ ਲੋੜ ਹੈਗੀ ਹੈ, ਕਿਸੇ ਨੂੰ ਲੱਖ ਚਾਹੀਦਾ, ਕਿਸੇ ਨੂੰ 1.5 ਲੱਖ ਚਾਹੀਦਾ, ਕਿਸੇ ਨੂੰ 2 ਲੱਖ ਚਾਹੀਦਾ, ਕਈਆਂ ਕੋਲ 4-4 5 ਪ੍ਰਾਪਰਟੀ ਪੇਡ ਪਈਆਂ ਹੋਈਆਂ, ਉਹ ਕਹਿੰਦੇ ਯਾਰ ਅਸੀਂ ਵੇਚਣੀਆਂ ਨਹੀਂ ਹੈਗੀਆਂ ਪਰ ਅਸੀਂ ਇਹਦਾ ਲੋਨ ਚੱਕ ਲੈਂਦੇ। ਸੋ ਇਹ ਆਪਸ਼ਨ ਹੁੰਦੀ ਹੈਗੀ ਹੈ, ਜੇ ਤੁਸੀਂ ਆਪਣਾ ਕ੍ਰੈਡਿਟ, ਜੇ ਰਫ ਟਾਈਮ ਚੱਲ ਰਿਹਾ, ਟਫ ਟਾਈਮ ਚੱਲ ਰਿਹਾ, ਤੇ ਤੁਸੀਂ ਕਾਲ ਕਰਕੇ ਪਤਾ ਕਰ ਸਕਦੇ ਹੋ। ਅਸੀਂ ਤੁਹਾਡੀ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਵੀ ਉਹਦੇ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। ਸੋ ਜੇ ਕਿਸੇ ਨੇ ਸੈੱਲ ਕਰਨਾ, ਬਾਏ ਕਰਨਾ, ਤਾਂ ਫਿਰ ਤੁਹਾਡੇ ਨਾਲ ਕੰਟੈਕਟ ਕਰ ਲੈਣ। ਮੌਰਗੇजेस ਦੇ ਲਈ ਕੰਟੈਕਟ ਕਰ ਲੈਣ। ਐਗਰੀਕਲਚਰ ਲੈਂਡਸ ਨੂੰ ਲੈ ਕੇ ਵੀ ਅਵੇਲੇਬਿਲਟੀ ਹੈਗੀ ਹੈ। ਹਾਂਜੀ, ਦੇਖੋ ਜਿਹੜੀ ਸਾਡੀ ਕੰਪਨੀ ਹੈਗੀ ਹੈ ਰਾਜਵੀਰ ਭਾਜੀ, ਅਸੀਂ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਵੀ ਯਾਰ ਸਾਡੇ ਜਿਹੜੇ ਵੀ ਕਲਾਇੰਟਸ ਹੈਗੇ ਆ, ਭਾਈਚਾਰਾ ਨੂੰ ਫਾਇਦਾ ਹੋਵੇ। ਅਸੀਂ ਜਦੋਂ ਵੀ ਘਰ ਨੂੰ ਲਿਸਟ ਕਰਨੇ ਆ ਸਿਰਫ 3% ਤੇ ਅਸੀਂ ਸਾਰਾ ਕੰਮ ਕਰਨੇ ਆ। 3% ਇਹਦੇ ਵਿੱਚ ਅਸੀਂ ਬਾਇਰ ਤੇ ਸੈਲਰ ਦੋਵੇਂ ਸਾਈਡਸ ਟੇਕ ਕੇਅਰ ਸਿਰਫ ਉਹ 3% ਦੇ ਵਿੱਚ ਕਰਨੇ ਹੈਗੇ। ਠੀਕ ਹੈ, ਭਾਵੇਂ ਤੁਹਾਡੀ ਉਹ ਐਗ ਦੀ ਪ੍ਰਾਪਰਟੀ ਹੈ ਜਾਂ ਕਮਰਸ਼ੀਅਲ ਪ੍ਰਾਪਰਟੀ ਹੈਗੀ ਹੈ, ਸਿੰਗਲ ਫੈਮਿਲੀ ਹੋਮਸ ਹੈਗੇ ਨੇ, ਤੁਸੀਂ ਉਹਨਾਂ ਨੂੰ ਵੇਚਣਾ ਚਾਹੁੰਦੇ ਜੇ, ਇਹਦੇ ਵਿੱਚ ਤੁਹਾਨੂੰ ਕਾਫੀ ਜਿਹੜਾ ਫਾਇਦਾ ਵੀ ਹੈਗਾ। ਨਾਲੇ ਆਪਣੀ ਖੁੱਲ੍ਹ ਕੇ ਪੰਜਾਬੀ ਗੱਲ ਹੁੰਦੀ ਹੈ, ਕੋਈ ਹਾਰਡ ਐਂਡ ਫਾਸਟ ਰੂਲਸ ਨਹੀਂ ਰੱਖੇ ਹੈਗੇ। ਅਸੀਂ ਜਿਵੇਂ ਤੁਸੀਂ ਕਹਿੰਦੇ ਹੋ ਵੀ ਜਿੱਥੇ ਘਰ ਆਏ ਮਹਿਮਾਨ ਹੋ ਜਾਂ ਸਾਡੇ ਪਰਿਵਾਰ ਵਰਗੇ ਬੰਦੇ ਹੋ, ਤੁਸੀਂ ਕੋਈ ਵੀ ਸਵਾਲ ਹੋਵੇ ਜਿਹੜਾ ਜੁੜਦਾ ਹੋਵੇ ਰੀਅਲ ਸਟੇਟ ਦੇ ਨਾਲ, ਜਿਹਦੇ ਵਿੱਚ ਸੇਲ ਪਰਚੇਜ਼, ਹੋਮ ਲੋਨਸ, ਤੁਸੀਂ ਕਾਲ ਜ਼ਰੂਰ ਕਰੋ। ਭਾਵੇਂ ਤੁਹਾਡਾ ਕਿਤੇ ਕੰਮ ਹੋਰ ਵੀ ਹੋ ਰਿਹਾ ਹੈਗਾ ਨਾ, ਤੁਸੀਂ ਇਹ ਨਹੀਂ ਸੋਚਣਾ ਯਾਰ ਭਾਜੀ ਨਾਲ ਅਸੀਂ ਟਾਈਮ ਖਰਾਬ ਕਰ ਰਹੇ ਹਾਂ। ਤੁਸੀਂ ਕਾਲ ਕਰੋ। ਜੇ ਮੈਂ ਬਾਈ ਦੇ ਵੇ ਲੱਗੇ ਤੁਹਾਨੂੰ ਬਿਜ਼ੀ ਹੈਗਾ ਤਾਂ ਟੈਕਸਟ ਮੈਸੇਜ ਵੀ ਤੁਸੀਂ 559-905-25 ਤੇ ਕਰ ਸਕਦੇ ਹੋ। ਬਿਲਕੁਲ। ਸੋ ਰੀਅਲ ਏਸਟੇਟ ਦੀ ਕਿਸੇ ਵੀ ਤਰੀਕੇ ਦੀ ਜ਼ਰੂਰਤ ਦੇ ਲਈ, ਸਲਾਹ ਲੈਣ ਦੇ ਲਈ, ਗੱਲਬਾਤ ਕਰਨ ਦੇ ਲਈ, ਜੇ ਰੈਡੀ ਹੋ ਰਹੇ ਆ ਤੁਸੀਂ, ਕੀ ਪੇਪਰ ਵਰਕ ਤਿਆਰ ਕਰਨਾ ਆ, ਟੈਕਸ ਦਾ ਵੀ ਆਪਾਂ ਨੂੰ ਪਤਾ ਹੀ ਆ ਵੀ ਕਿਸ ਤਰੀਕੇ ਦੇ ਨਾਲ ਹੁੰਦਾ ਆ, ਕੀ ਉਹ ਸਾਰਾ ਕੁਝ ਕਰਨਾ, ਤੇ ਉਹਦੇ ਲਈ ਤੁਸੀਂ ਜ਼ਰੂਰ ਮੋਹਨ ਚੀਮਾ ਭਾਜੀ ਦੇ ਨਾਲ ਕੰਟੈਕਟ ਕਰੋ। ਜਦੋਂ ਵੀ ਤੁਸੀਂ ਰੈਡੀ ਹੋਏ ਐਟਲੀਸਟ ਫਿਰ ਤੁਸੀਂ ਪੂਰੀ ਤਰ੍ਹਾਂ ਪ੍ਰਪੇਅਰਡ ਹੋਵੋਗੇ ਘਰ ਬਾਏ ਕਰਨ ਦੇ ਲਈ ਤੇ ਅਮਰੀਕਨ ਡ੍ਰੀਮ ਨੂੰ ਜਿਹੜਾ ਉਹ ਪੂਰਾ ਕਰਨ ਦੇ ਲਈ। ਤੇ ਜਾਂਦੇ ਜਾਂਦੇ ਮੋਹਨ ਚੀਮਾ ਜੀ, ਜੇ ਤੁਸੀਂ ਕੁਝ ਸ਼ੇਅਰ ਕਰਨਾ ਹੈ। ਹਾਂਜੀ, ਮੈਂ ਸਭ ਨੂੰ ਇਹੀ ਗੱਲ ਕਰਨਾ ਚਾਹੁੰਦਾ ਵੀ ਜਿਹੜੀ ਅਸੀਂ ਕੰਪਨੀ ਦੀ ਗੱਲ ਕਰਨੇ ਵੀ ਜੈਂਡਰ ਮੌਰਗੇਜ ਰੀਅਲ ਏਸਟੇਟ ਦੇ ਵਿੱਚ ਸਾਡਾ ਜਿਹੜਾ ਕੰਮ ਹੈਗਾ ਬੜਾ ਅਸੀਂ ਪ੍ਰੋਪਰ ਤਰੀਕੇ ਨਾਲ ਕਰਨੇ ਹੈਗੇ। ਔਰ ਸਾਡੀ ਗਾਈਡੈਂਸ ਤੁਹਾਡੀ ਲੌਂਗ ਟਰਮ ਵਾਸਤੇ ਇਹ ਨਹੀਂ ਹੈਗੀ ਵੀ ਤੁਹਾਨੂੰ ਅਸੀਂ ਇੱਕ ਘਰ ਵੇਚ ਕੇ ਤੁਸੀਂ ਮੈਨੂੰ ਭੁੱਲ ਜਾਓ ਜਾਂ ਮੈਂ ਤੁਹਾਨੂੰ ਭੁੱਲ ਜਾਵਾਂ। ਇੱਕ ਲੌਂਗ ਟਰਮ ਵਾਸਤੇ ਗੱਲ ਅਸੀਂ ਕੰਮ ਕਰਨੇ ਹੈਗੇ ਆ। ਜੇ ਤੁਸੀਂ ਮੌਰਗੇਜ ਕਰਾਉਣਾ ਚਾਹੁੰਦੇ ਜੇ, ਤੁਸੀਂ ਸਾਡੇ ਨਾਲ ਕੰਸਲਟ ਜ਼ਰੂਰ ਕਰੋ। ਅਸੀਂ ਤੁਹਾਡੇ ਪੇਪਰ ਦੇ ਕੇ ਜੇ ਤੁਹਾਡੇ ਕੋਲ ਆਲਰੇਡੀ ਲੋਨ ਐਸਟੀਮੇਟ ਹੋਏਗਾ, ਅਸੀਂ ਤੁਹਾਨੂੰ ਇਹ ਵੀ ਦੱਸ ਸਕਦੇ ਹਾਂ ਕਿ ਭਾਈ ਤੁਹਾਨੂੰ ਬਹੁਤ ਅੱਛਾ ਰੇਟ ਮਿਲ ਰਿਹਾ ਜਾਂ ਤੁਹਾਡੀਆਂ ਫੀਸਾਂ ਜਾਇਜ਼ ਹੈਗੀਆਂ। ਇਹ ਚੀਜ਼ਾਂ ਚੈੱਕ ਜ਼ਰੂਰ ਕਰੋ, ਕਿਉਂਕਿ ਡਾਲਰ ਕਮਾਉਣਾ ਬਹੁਤ ਮੁਸ਼ਕਿਲ ਹੈ, ਉਸ ਨੂੰ ਸਾਂਭ ਕੇ ਰੱਖਣਾ ਲੌਂਗ ਟਰਮ ਵਾਸਤੇ, ਉਹਦੇ ਵਿੱਚ ਅਸੀਂ ਤੁਹਾਡੇ ਨਾਲ ਜੁੜਦੇ ਹਾਂ, ਅਸੀਂ ਤੁਹਾਨੂੰ ਸਹੀ ਸਲਾਹ ਦੇ ਸਕਦੇ ਹਾਂ। ਸੋ ਜੇ ਤੁਹਾਡਾ ਕੋਈ ਵੀ ਸਵਾਲ ਹੋਵੇ ਤੇ ਤੁਸੀਂ ਕਾਲ ਜ਼ਰੂਰ ਕਰਨੀ। ਨੰਬਰ ਮੈਂ ਫਿਰ ਜਾਂਦੇ ਦੱਸਦਾ ਜੀ, 559-905 ਹੈਗਾ ਸਾਡਾ ਨੰਬਰ, 559-905-25 ਸਾਡਾ ਨੰਬਰ। ਥੈਂਕ ਯੂ ਮੋਹਨ ਚੀਮਾ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ।